गुड मॉर्निंग बच्चों। सो अपना जिहड़ा नैक्सट टॉपिक है दैट इज़ रिफ्रैक्शन ऑफ लाइट थ्रू आ ग्लास स्लैब और ਇਹਦਾ ਜਿਹੜਾ ਸਬ ਟਾਈਟਲ ਹੈ दैट इज़ लेटरल शिफ्ट। ਆ ਜਿਹੜੀ ਹੈ ਇਹਦੀ ਡਾਇਗਰਾਮ ਹੈ ਪੁੱਤਰ। ਇਹਦੇ ਵਿੱਚ ਅਸੀਂ ਇੱਕ ਜਿਹੜੀ ਆ ਗਲਾਸ ਸਲੈਬ ਆਫ ਥਿਕਨੈਸ ਟੀ ਜਿਹੜੀ ਆ ਉਹ ਕੰਸੀਡਰ ਕਰ ਰਹੇ ਹਾਂ ਔਰ ਗਲਾਸ ਸਲੈਬ ਦੇ ਇਸ ਪਾਸੇ ਜਿੱਥੇ ਫਸਟ ਇੰਟਰਫੇਸ ਹੈ ਏਅਰ ਔਰ ਗਲਾਸ ਦਾ ਉੱਥੇ ਅਸੀਂ ਇੱਕ ਨੋਰਮਲ ਡਰਾ ਕੀਤਾ ਆ N1 ਡੈਸ਼ ਔਰ ਇਸ ਗਲਾਸ ਸਲੈਬ ਦੇ ਉੱਪਰ ਇੱਕ ਰੇ ਆਫ ਲਾਈਟ ਪੁਆਇੰਟ A ਤੋਂ ਆ ਕੇ ਇੰਸੀਡੈਂਟ ਹੋਈ ਮੇਕਿੰਗ ਐਨ ਐਂਗਲ I ਵਿਦ ਦਾ ਨੋਰਮਲ। ਓਬਵੀਅਸ ਹੈ ਕਿ ਇਹ ਰੇਅਰਰ ਮੀਡੀਅਮ ਤੋਂ ਡੈਂਸਰ ਮੀਡੀਅਮ ਵੱਲ ਜਾ ਰਹੀ ਹੈ ਤਾਂ ਇਹ ਬੈਂਡ ਕਰੇਗੀ ਟੁਵਰਡਸ ਦਾ ਨੋਰਮਲ। ਸੋ ਇਸ ਤਰ੍ਹਾਂ ਟੁਵਰਡਸ ਦਾ ਨੋਰਮਲ ਬੈਂਡ ਹੋ ਕੇ ਸੇਮ ਮੇਕਿੰਗ ਐਨ ਐਂਗਲ R ਵਿਦ ਦਾ ਨੋਰਮਲ ਉਹ ਬੈਂਡ ਹੋਈ, ਇਹਨੂੰ R1 ਨਾਮ ਦਿੱਤਾ ਉਹਨਾਂ ਨੇ। ਸੋ ਇੱਥੇ ਜਿਹੜਾ ਸੈਕਿੰਡ ਨੋਰਮਲ ਅਗਰ ਅਸੀਂ ਡਰਾ ਕਰੀਏ ਇਸ ਪੁਆਇੰਟ ਦੇ ਉੱਪਰ ਵਿਚ ਇਜ਼ ਪੁਆਇੰਟ B, ਇਸ ਪੁਆਇੰਟ ਦੇ ਉੱਪਰ ਆ ਕੇ ਕਿਉਂਕਿ ਹੁਣ ਇਹ ਡੈਂਸਰ ਟੂ ਰੇਅਰਰ ਮੀਡੀਅਮ ਜਾ ਰਹੀ ਹੈ ਤਾਂ ਅਗੇਨ ਜਿਹੜੀ ਲਾਈਟ ਹੈ ਦੈਟ ਬੈਂਡਸ ਅਵੇ ਫਰੋਮ ਦਾ ਨੋਰਮਲ ਔਰ ਇੱਥੇ ਜਿਹੜਾ ਐਂਗਲ ਬਣ ਰਿਹਾ ਦੈਟ ਇਜ਼ I ਡੈਸ਼। ਸੋ ਹੋਇਆ ਕਿ ਜਿਹੜੀ ਇਹ ਰੇ ਸੀ ਓਰੀਜਨਲੀ ਇੰਸੀਡੈਂਟ ਐਟ ਦਿਸ ਪੁਆਇੰਟ O, ਉਹਨੇ ਜਾਣਾ ਤਾਂ ਇਸ ਸਾਈਡ ਸੀ ਬਿਲਕੁਲ ਇਸ ਤਰ੍ਹਾਂ, ਬਟ ਉਹ ਜਿਹੜੀ ਹੈ ਬੈਂਡ ਹੋ ਗਈ ਟੁਵਰਡਸ ਦਾ ਨੋਰਮਲ ਮੇਕਿੰਗ ਐਨ ਐਂਗਲ R1 ਔਰ ਉਸ ਤੋਂ ਬਾਅਦ ਸੈਕਿੰਡ ਰਿਫਰੈਕਸ਼ਨ ਤੋਂ ਬਾਅਦ ਇੱਥੇ ਜਿਹੜਾ ਐਂਗਲ ਬਣ ਰਿਹਾ ਦੈਟ ਇਜ਼ R1 ਜੋ ਸੇਮ ਹੋਏਗਾ। ਔਰ ਜੇਕਰ ਤੁਸੀਂ ਦੇਖੋ ਤਾਂ ਜਿਹੜੀ ਆ ਓਰੀਜਨਲ ਪਾਥ ਹੈ ਔਰ ਜਿਹੜੀ ਰੇ ਬਾਅਦ ਦੇ ਵਿੱਚ ਸੈਕਿੰਡ ਰਿਫਰੈਕਸ਼ਨ ਐਟ B ਕਰਕੇ ਬਾਹਰ ਜਾ ਰਹੀ ਹੈ ਉਹਦੇ ਪੈਰਲਲ ਹੋ ਗਈ। ਹੁਣ ਅਸੀਂ ਜਿਹੜਾ ਆ ਇਹਨਾਂ ਦੋਨੋਂ ਪੈਰਲਲ ਰੇਜ਼ ਦੇ ਵਿੱਚ ਜਿਹੜਾ ਡਿਸਟੈਂਸ ਹੈ ਉਹ ਕੈਲਕੂਲੇਟ ਕਰਨਾ ਹੈ ਕਿ ਹਾਊ ਮੱਚ ਦਾ ਲਾਈਟ ਰੇ ਹੈਜ਼ ਸ਼ਿਫਟਡ ਫਰੋਮ ਇਟਸ ਓਰੀਜਨਲ ਪਾਥ ਔਰ ਇਹਨੂੰ ਹੀ ਅਸੀਂ ਲੇਟਰਲ ਸ਼ਿਫਟ ਬੋਲਦੇ ਹਾਂ। ਸੋ ਸਭ ਤੋਂ ਪਹਿਲਾਂ ਇਹਦੀਆਂ ਜਿਹੜੀਆਂ ਕੰਸੀਡਰੇਸ਼ਨਸ ਆ ਪੁੱਤਰ ਉਹ ਤੁਹਾਡੀ ਬੁੱਕ ਦੇ ਵਿੱਚ ਪੂਰੀਆਂ ਕਲੀਅਰ ਕੱਟ ਲਿਖੀਆਂ ਹੋਈਆਂ, ਸੋ ਮੈਂ ਉਹਨਾਂ ਨੂੰ ਦੁਬਾਰਾ ਇੱਥੇ ਨਹੀਂ ਲਿਖ ਰਿਹਾ। ਸੋ ਬੇਸਿਕਲੀ ਆਪਾਂ ਜਿਹੜਾ ਆ D ਦੀ ਵੈਲਿਊ ਕੱਢਣੀ ਆ। ਹੋਰ ਸਭ ਤੋਂ ਪਹਿਲਾਂ ਅਪਲਾਈਂਗ ਸਨੈਲਜ਼ ਲਾਅ ਐਟ ਕੈਪੀਟਲ O। ਸੋ ਏਅਰ ਦਾ ਜਿਹੜਾ ਰਿਫਰੈਕਟਿਵ ਇੰਡੈਕਸ ਹੈ ਉਹ ਅਸੀਂ NA ਕਰਕੇ ਲਿਖ ਰਹੇ ਹਾਂ, ਗਲਾਸ ਦਾ NG ਕਰਕੇ ਲਿਖ ਰਹੇ ਹਾਂ। ਸੋ O ਪੁਆਇੰਟ ਦੇ ਉੱਪਰ ਅਗਰ ਅਸੀਂ ਸਨੈਲਜ਼ ਲਾਅ ਲਗਾਈਏ NA ਇੰਟੂ ਸਾਈਨ I ਦਿਸ ਇਜ਼ ਇਕੁਅਲ ਟੂ NG ਇੰਟੂ ਸਾਈਨ ਆਫ R1, ਇਹ ਫਸਟ ਇਕੁਏਸ਼ਨ ਹੋ ਗਈ ਤੁਹਾਡੇ ਕੋਲ। ਔਰ ਆਲਸੋ applying Snell's law at capital B ਤਾਂ ਇੱਥੇ ਗਲਾਸ ਦੇ ਅੰਦਰ ਹੈ ਤਾਂ NG ਇੰਟੂ ਸਾਈਨ R1 ਦਿਸ ਇਜ਼ ਇਕੁਅਲ ਟੂ NA ਇੰਟੂ ਸਾਈਨ I ਡੈਸ਼। ਸੋ ਇਹ ਦੋ ਇਕੁਏਸ਼ਨਸ ਆ ਗਈਆਂ ਬੱਚੇ ਤੁਹਾਡੇ ਕੋਲ। ਕੰਪੇਅਰਿੰਗ ਇਕੁਏਸ਼ਨ 1 ਐਂਡ 2 ਸਾਡੇ ਕੋਲ ਕੀ ਬਣ ਗਿਆ, ਜੇਕਰ ਤੁਸੀਂ ਦੇਖੋ ਜੋ ਫਸਟ ਇਕੁਏਸ਼ਨ ਦੀ ਰਾਈਟ ਹੈਂਡ ਸਾਈਡ ਹੈ ਉਹੀ ਸੈਕਿੰਡ ਇਕੁਏਸ਼ਨ ਦੀ ਲੈਫਟ ਹੈਂਡ ਸਾਈਡ ਹੈ ਤਾਂ ਉਹਦੇ ਅਕੋਰਡਿੰਗ ਕੀ ਬਣ ਗਿਆ NA ਸਾਈਨ ਆਫ I ਦਿਸ ਇਜ਼ ਇਕੁਅਲ ਟੂ NA ਸਾਈਨ ਆਫ I ਡੈਸ਼। तो it implies sin I is equal to sin I dash, it implies angle I is equal to angle I dash। ਇਹ ਤੋਂ ਇਹ ਪ੍ਰੂਵ ਹੋ ਗਿਆ ਕਿ ਜਿਹੜੀ ਓਬਲੀਕ ਇੰਸੀਡੈਂਟ ਹੋਈ ਹੈ ਲਾਈਟ ਉਹ ਆਪਣੇ ਓਰੀਜਨਲ ਪਾਥ ਦੇ ਪੈਰਲਲ ਜਾਏਗੀ ਔਰ
ਅਸੀਂ ਇਹਨੂੰ ਕਹਿ ਸਕਦੇ ਹਾਂ ਕਿ ਇਹ ਲੇਟਰਲੀ ਡਿਸਪਲੇਸ ਹੋ ਗਈ ਹੈ। ਠੀਕ ਹੈ ਜੀ। ਹੁਣ ਅਸੀਂ ਇਸ ਡੀ ਦੀ ਜਿਹੜੀ ਵੈਲਿਊ ਹੈ ਉਹਨੂੰ ਕੈਲਕੂਲੇਟ ਕਰਨਾ ਆ। ਸੋ ਉਹ ਕਰਨ ਦੇ ਲਈ ਹੁਣ ਜੇਕਰ ਤੁਸੀਂ ਦੇਖੋ ਆ ਇੱਕ ਨੋਰਮਲ ਅਸੀਂ ਜਿਹੜਾ ਡਰਾ ਕੀਤਾ ਹੈ ਔਰ ਆ ਜਿਹੜੀ ਰੇ ਆ ਰਹੀ ਹੈ, ਅਗਰ ਇਹਨੂੰ ਅੱਗੇ ਪ੍ਰੋਡਿਊਸ ਕਰਦੇ ਹਾਂ ਓਰੀਜਨਲ ਪਾਥ ਦੇ ਅਲੋਂਗ, ਜਿਹੜਾ ਟੋਟਲ ਐਂਗਲ ਹੋਏਗਾ ਦਿਸ ਇਜ਼ N1 ਡੈਸ਼ ON2 that should be equal to AON1। ਇਹ ਵਰਟੀਕਲੀ ਆਪੋਜ਼ਿਟ ਐਂਗਲਸ ਨੇ। तो ਇਹਦਾ ਮਤਲਬ ਕੀ ਹੋ ਗਿਆ, ਮੈਂ ਇਹਨੂੰ ਥੋੜ੍ਹਾ ਜਿਹਾ ਮੈਥਮੈਟੀਕਲ ਕਰਕੇ ਲਿਖ ਰਿਹਾ ਪੁੱਤਰ। as angle AON1 this is equal to angle N1 dash ON2 vertically opposite angles। सो ये साडे कोल अगर असीं वैल्यूज़ पुट करिए तो I दिस इज इक्वल टू R1 प्लस एंगल BON2। सो ਇਹਦਾ मतलब की हो गया एंगल BON2 ਜਿਹੜਾ ਆ दैट इज इक्वल टू I माइनस R1। ये साडे कोल बन गया। सो ਇੱਥੇ ਅਸੀਂ ਲਿਖ ਸਕਦੇ ਹਾਂ I माइनस R1। ਹੁਣ ਬੱਚਿਓ ਬੜੇ ਧਿਆਨ ਨਾਲ ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ। ਅਸੀਂ ਇਸ ਡੀ ਦੀ ਵੈਲਿਊ ਕੱਢਣੀ ਹੈ, ਇੱਥੋਂ ਇਹ ਪਰਪੈਂਡੀਕੂਲਰ ਹੈ ਬੱਚੇ। ਆ ਜਿਹੜਾ ਆ ਬੀ ਤੋਂ ਇਸ ਪੁਆਇੰਟ ਤੱਕ ਇਹ ਪਰਪੈਂਡੀਕੂਲਰ, ਆਈ ਥਿੰਕ ਇਹਨੂੰ ਨਾਮ ਵੀ ਦਿੱਤਾ ਹੈ ਕੁਛ ਸੇ ਐਲ ਪੁਆਇੰਟ ਜਿਹੜਾ ਆ ਇਹਨੂੰ ਨਾਮ ਦਿੱਤਾ ਹੋਇਆ। ਸੋ ਅਗਰ ਤੁਸੀਂ ਇਸ ਟਰਾਇੰਗਲ ਨੂੰ ਦੇਖੋ BLO ਨੂੰ, ਤਾਂ ਇਹਦੇ ਵਿੱਚ ਆ ਪਰਪੈਂਡੀਕੂਲਰ ਹੈ ਅਤੇ ਆ ਬੇਸ ਹੈ। ਅਸੀਂ ਸਭ ਤੋਂ ਪਹਿਲਾਂ ਦੇਖੋ ਅਸੀਂ ਇਹਦਾ ਜਿਹੜਾ ਆ ਡੀ ਦੀ ਵੈਲਿਊ ਇਨ ਟਰਮਸ ਆਫ OB ਕੱਢਾਂਗੇ ਔਰ ਫਿਰ OB ਦੀ ਵੈਲਿਊ ਜਿਹੜੀ ਹੈ ਇਨ ਟਰਮਸ ਆਫ ਦਿਸ ਥਿਕਨੈਸ ਆਫ ਜਿਹੜੀ ਹੈ ਗਲਾਸ ਸਲੈਬ ਹੈ ਉਹਦੇ ਟਰਮਸ ਦੇ ਵਿੱਚ ਕੈਲਕੂਲੇਟ ਕਰਕੇ ਅਸੀਂ ਜਿਹੜਾ ਆ ਡੀ ਦੀ ਵੈਲਿਊ ਇਨ ਟਰਮਸ ਆਫ T ਕੈਲਕੂਲੇਟ ਕਰ ਸਕਦੇ ਹਾਂ। ਸੋ ਦੇਖੋ ਕਿ ਇਹ ਕਿੱਦਾਂ ਕੀਤਾ ਜਾਂਦਾ ਆ। ਸੇ now in triangle ਜਿਹੜੀ ਰਾਈਟ ਟਰਾਇੰਗਲ ਆ ਸਾਡੇ ਕੋਲ ਪੁੱਤਰ BLO, ਦੇਖੋ BL upon BO this is equal to sin of I minus R1 ਜਿਹੜਾ ਕਿ ਆਪਾਂ ਉੱਪਰ ਕੈਲਕੂਲੇਟ ਕਰ ਚੁੱਕੇ ਹਾਂ ਪੁੱਤਰ। ਸੋ it implies BL which is equal to D, so D is equal to BO into sine of I minus R1। So this is your equation number 3। Now also in right triangle ON1 dash B, इस ट्राइंगल च देखिए तो की बनता है say this is the perpendicular, तो इत्थे R1 है एंड ये जिहड़ा आ वाला साइड होएगी आ वाली साइड होएगी दिस इज द बेस। OB जिहड़ा आ ओह हाइपोटेनियस होएगा। सो ON1 डैश अपॉन डैश पा लिए अपॉन OB दिस इज इक्वल टू cos ऑफ R1। तो इत्थों साडे कोल OB ਦੀ ਵੈਲਿਊ ਜਾਂ BO ਲਿਖ ਲਓ ਇਹਨੂੰ OB is equal to ON1 dash upon cos of R1। ON1 dash ਜਿਹੜਾ ਆ ਉਹ T ਦੇ ਬਰਾਬਰ ਆ T upon cos of R1। ਇਹ ਵੈਲਿਊ ਆ ਗਈ ਪੁੱਤਰ। ਸੋ it from equation 3 putting value ऑफ BO कह लो या OB कह लो, साढ़े कोल की आ गया D इज इक्वल टू, देखो आ वाला टर्म तो हैगी OB की जगह आह टर्म पुट करनी है। सो इट बिकम्स T साइन ऑफ I माइनस R1 अपॉन कॉस ऑफ R1। ये तुहाडे कोल लेटरल शिफ्ट का पुत्र फॉर्मूला बन गया जो कि तुहाडी किताब दे विच दिता होया है।
ਸੋ ਇਹ ਆਰਟੀਕਲ ਤੁਹਾਡਾ ਇਹਦੇ ਨਾਲ ਕੰਪਲੀਟ ਹੁੰਦਾ ਆ ਪੁੱਤਰ। ਇਹਦੀ ਡੈਰੀਵੇਸ਼ਨ ਤੁਹਾਨੂੰ ਪੁੱਛੀ ਜਾ ਸਕਦੀ ਹੈ ਕਿ ਲੇਟਰਲ ਸ਼ਿਫਟ ਦੀ ਜਿਹੜੀ ਆ ਵੈਲਿਊ ਹੈ ਉਹ ਤੁਸੀਂ ਕੈਲਕੂਲੇਟ ਕਰਕੇ ਸਾਨੂੰ ਦੱਸੋ। ਆਈ ਹੋਪ ਕਿ ਤੁਹਾਨੂੰ ਇਹ ਸਾਰੀ ਡੈਰੀਵੇਸ਼ਨ ਜਿਹੜੀ ਆ ਉਹ ਕਲੀਅਰ ਹੋਏਗੀ।